द ਬੈਨੀਪਾਲ ਸ਼ੋ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਅੱਜ ਦੇ ਪ੍ਰੋਗਰਾਮ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ ਆਓ ਕੁਝ ਅਹਿਮ ਖਬਰਾਂ ਨੇ, ਕੁਝ ਵੱਡੀਆਂ ਖਬਰਾਂ ਨੇ ਜਿਨ੍ਹਾਂ ਨੂੰ ਤੁਹਾਡੇ ਰੂਬਰੂ ਕਰੀਏ। ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਅਮਰੀਕੀ ਚੋਣ ਮੰਡਲ ਨੇ ਬਾਈਡਨ ਦੇ ਨਾਮ ਤੇ ਰਸਮੀ ਤੌਰ ਤੇ ਲਗਾਈ ਮੋਹਰ। ਕੈਨੇਡਾ 'ਚ ਇੱਕ ਪੰਜਾਬੀ ਨੂੰ ਮਿਲੇਗਾ ਬਹਾਦਰੀ ਬਦਲੇ ਸਨਮਾਨ। ਮੋਦੀ ਨਾਲ ਸਿੱਖਾਂ ਦੇ ਸਬੰਧਾਂ ਨੂੰ ਲੈ ਕੇ ਜਾਰੀ ਕਿਤਾਬਚੇ ਦਾ ਵਿਰੋਧ ਜਾਰੀ। ਕਿਸਾਨਾਂ ਨੇ ਅਪਣਾਇਆ ਸਖਤ ਰੁਖ, ਸਰਕਾਰ ਨੂੰ ਵਾਪਸ ਲੈਣੇ ਹੀ ਹੋਣਗੇ ਇਹ ਕਾਨੂੰਨ। ਕਿਸਾਨਾਂ ਅਤੇ ਸਰਕਾਰ ਵਿਚਾਲੇ ਸਮਝੌਤੇ ਦਾ ਆਸਾਨ ਹੱਲ, ਚਿਦੰਬਰਮ ਨੇ ਦੱਸਿਆ। ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਇੱਕ ਰੋਜ਼ਾ ਸੈਸ਼ਨ ਦੀ ਕੀਤੀ ਮੰਗ। ਭਾਜਪਾ ਹੀ ਅਸਲ ਵਿੱਚ ਹੈ ਟੁਕੜੇ ਟੁਕੜੇ ਗੈਂਗ, ਸੁਖਬੀਰ ਬਾਦਲ ਦਾ ਕਹਿਣਾ। ਭਾਜਪਾ ਤੋਂ ਕੋਈ ਹੋਰ ਵੱਡਾ ਚੋਰ ਨਹੀਂ, ਮਮਤਾ ਬੈਨਰਜੀ। ਦਿੱਲੀ ਕਿਸਾਨ ਅੰਦੋਲਨ ਤੋਂ ਵਾਪਸ ਪਰਤ ਰਹੇ 4 ਕਿਸਾਨਾਂ ਦੀ ਸੜਕ ਹਾਦਸੇ ਕਾਰਨ ਹੋਈ ਮੌਤ। ਦੋਸਤੋ ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਅੱਜ ਦੇ ਪ੍ਰੋਗਰਾਮ ਦੌਰਾਨ ਮੈਂ ਚਰਚਾ ਕਰਨੀ ਹੈ। ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਹਾਲੇ ਤੱਕ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲੈਣੀ ਤਾਂ ਕਿ ਤੁਹਾਨੂੰ ਰੋਜ਼ਾਨਾ ਦੀ ਅਪਡੇਟ ਅਤੇ ਜਦੋਂ ਕੋਈ ਲਾਈਵ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਉਹਦੀ ਨੋਟੀਫਿਕੇਸ਼ਨ ਸਮੇਂ ਸਿਰ ਤੁਹਾਨੂੰ ਮਿਲ ਸਕੇ। ਤੇ ਆਓ ਅੱਜ ਦੀਆਂ ਖਬਰਾਂ ਨੂੰ ਹੁਣ ਵਿਸਥਾਰ ਸਹਿਤ ਵਿਚਾਰੀਏ। ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਚੋਣ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਤੁਹਾਨੂੰ ਪਤਾ ਹੈ ਕਿ ਬੀਤੇ ਮਹੀਨੇ 3 ਨਵੰਬਰ ਨੂੰ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣ ਹੋਈ ਸੀ, ਪਰ ਉਦੋਂ ਤੋਂ ਲੈ ਕੇ ਹੁਣ ਤੱਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੀ ਹਾਰ ਸਵੀਕਾਰ ਨਹੀਂ ਸੀ ਕਰ ਰਹੇ, ਜਾਂ ਇਹ ਆਖ ਸਕਦਾ ਹੈ ਕਿ ਜੋ ਬਾਈਡਨ ਦੀ ਜਿੱਤ ਨੂੰ ਉਹਨਾਂ ਨੇ ਹਾਲੇ ਤੱਕ ਸਵੀਕਾਰਿਆ ਨਹੀਂ ਸੀ। ਪਰ ਇਲੈਕਟੋਰਲ ਕਾਲਜ ਨੇ ਕੱਲ੍ਹ ਜੋ ਬਾਈਡਨ ਨੂੰ ਰਸਮੀ ਤੌਰ ਉੱਤੇ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਐਲਾਨ ਦਿੱਤਾ ਹੈ। ਬੀਤੇ ਮਹੀਨੇ ਹੋਈਆਂ ਚੋਣਾਂ ਦੇ ਵਿੱਚ ਬਾਈਡਨ ਨੂੰ 306 ਵੋਟਾਂ ਨਾਲ ਬਹੁਮਤ ਹਾਸਲ ਹੋਇਆ ਸੀ ਅਤੇ ਇਸ ਨਾਲ ਉਹਨਾਂ ਦੀ ਹੁਣ ਜਿੱਤ ਪੱਕੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਆਪਣੀ ਹਾਰ ਮੰਨਣ ਤੋਂ ਹਾਲੇ ਤੱਕ ਇਨਕਾਰ ਕੀਤੇ ਜਾਣ ਦੇ ਕਾਰਨ ਇਸ ਸਾਲ ਇਹਨਾਂ ਚੋਣਾਂ ਦੀ ਸਟੇਟ ਦਰ ਸਟੇਟ ਵੋਟਿੰਗ ਦੀ ਅਹਿਮੀਅਤ ਕਾਫੀ ਰਹੀ ਹੈ। ਇਹਨਾਂ ਚੋਣਾਂ ਦੇ ਨਤੀਜੇ ਹੁਣ ਵਾਸ਼ਿੰਗਟਨ ਭੇਜੇ ਜਾਣਗੇ। ਉੱਥੇ ਕਾਂਗਰਸ ਦੇ ਸਾਂਝੇ ਸੈਸ਼ਨ 'ਚ ਜਿਸ ਦੀ ਅਗਵਾਈ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਕਰਨਗੇ। 6 ਜਨਵਰੀ ਨੂੰ ਇਹਨਾਂ ਨਤੀਜਿਆਂ ਨੂੰ ਦੁਬਾਰਾ ਟੈਲੀ ਕੀਤਾ ਜਾਏਗਾ। ਫਰਾਡ ਹੋਣ ਦੇ ਜਿਹੜੇ ਟਰੰਪ ਦੇ ਦਾਅਵੇ ਸਨ ਉਹ ਖੋਖਲੇ ਸਾਬਤ ਹੋਏ ਹੈ ਤੇ ਬਾਈਡਨ ਦੇ ਹੱਕ ਵਿੱਚ ਭੁਗਤੀਆਂ ਵੋਟਾਂ ਦੇ ਵਿੱਚ ਕੋਈ ਗੜਬੜ ਨਹੀਂ ਪਾਈ ਗਈ, ਜਿਸ ਕਰਕੇ ਅਮਰੀਕੀ ਚੋਣ ਮੰਡਲ ਨੇ ਆਖਰਕਾਰ ਜੋ ਬਾਈਡਨ ਦੀ ਜਿੱਤ ਨੂੰ ਰਸਮੀ ਤੌਰ ਤੇ ਐਲਾਨ ਦਿੱਤਾ ਹੈ। ਦੱਸਣਾ ਬਣਦਾ ਕਿ ਇਹਨਾਂ ਹੋਈਆਂ ਚੋਣਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ 232 ਵੋਟਾਂ ਪ੍ਰਾਪਤ ਹੋਈਆਂ ਸਨ ਤੇ ਬਾਈਡਨ ਨੇ ਟਰੰਪ ਨੂੰ ਵੱਡੇ ਫਰਕ ਨਾਲ ਹਾਰ ਦਿੱਤੀ ਸੀ। ਅਮਰੀਕਾ ਭਰ ਵਿੱਚ ਡੈਮੋਕ੍ਰੇਟਸ ਨੂੰ ਰਿਪਬਲਿਕਨ ਦੇ ਮੁਕਾਬਲੇ 7 ਮਿਲੀਅਨ ਤੋਂ ਵੱਧ ਵੋਟਾਂ ਪ੍ਰਾਪਤ ਹੋਈਆਂ ਸਨ ਅਤੇ ਕੈਲੀਫੋਰਨੀਆ ਸਟੇਟ, ਜਿਸ ਦੇ ਕੋਲ 55 ਵੋਟਾਂ ਨੇ, ਬਾਈਡਨ ਦੀ ਜਿੱਤ ਨੂੰ ਸਿਖਰ ਤੇ ਪਹੁੰਚਾ ਦਿੱਤਾ ਸੀ। 3 ਵੋਟਾਂ ਨਾਲ ਸਭ ਤੋਂ ਪਹਿਲਾਂ ਰਿਪੋਰਟ ਕਰਨ ਵਾਲਾ ਸੀ ਵਰਮਾਉਂਟ ਅਤੇ 4 ਵੋਟਾਂ ਨਾਲ ਹਵਾਈ ਸਭ ਤੋਂ ਆਖਰੀ ਸੂਬਾ ਸੀ। ਇਸ ਮੌਕੇ ਬਾਈਡਨ ਨੇ ਆਖਿਆ ਕਿ ਇਸ ਅਮਰੀਕਾ ਦੀ ਰੂਹ ਲਈ ਕੀਤੇ ਗਏ ਸੰਘਰਸ਼ ਦੇ ਵਿੱਚ ਜਮਹੂਰੀਅਤ ਦੀ ਜਿੱਤ ਹੋਈ ਹੈ। ਉਹਨਾਂ ਆਖਿਆ ਕਿ ਸਾਡੇ ਲੋਕਾਂ ਨੇ ਵੋਟਾਂ ਪਾ ਕੇ ਇਸ ਸੰਸਥਾ ਵਿੱਚ ਵਿਸ਼ਵਾਸ ਬਰਕਰਾਰ ਰੱਖਿਆ ਅਤੇ ਹੁਣ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਦੀ ਜ਼ਰੂਰਤ ਹੈ। ਸਾਨੂੰ ਇਕਜੁੱਟ ਹੋ ਕੇ ਆਪਣੇ ਟੀਚੇ ਪ੍ਰਾਪਤ ਕਰਨ ਦੀ ਜ਼ਰੂਰਤ ਹੈ। ਬਾਈਡਨ ਨੇ ਚੋਣ ਕੈਂਪੇਨ ਦੌਰਾਨ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਦੁਹਰਾਇਆ ਕਿ ਉਹ ਸਾਰੇ ਅਮਰੀਕਨ ਦੇ ਰਾਸ਼ਟਰਪਤੀ ਰਹਿਣਗੇ। ਫਿਰ ਭਾਵੇਂ ਉਹਨਾਂ ਨੇ ਕਿਸੇ ਨੇ ਕੋਈ ਉਹਨਾਂ ਦੇ ਹੱਕ ਵਿੱਚ ਭੁਗਤਿਆ ਹੋਵੇ, ਭਾਵੇਂ ਉਹਨਾਂ ਨੂੰ ਕਿਸੇ ਨੇ ਵੋਟ ਪਾਈ ਹੋਵੇ ਜਾਂ ਨਾ ਪਾਈ ਹੋਵੇ, ਉਹ ਸਾਰਿਆਂ ਵਾਸਤੇ ਇੱਕੋ ਜਿਹਾ ਕੰਮ ਕਰਨਗੇ। ਉਹਨਾਂ ਆਖਿਆ ਕਿ ਅਮਰੀਕਾ ਨੂੰ ਵਾਇਰਸ ਦੇ ਖਾਤਮੇ ਵਾਸਤੇ, ਅਰਥਚਾਰੇ ਨੂੰ ਲੀਹ 'ਤੇ ਲਿਆਉਣ ਵਾਸਤੇ ਇੱਕ ਵਾਰ ਫਿਰ ਤੋਂ ਹੁਣ ਸਖਤ ਮਿਹਨਤ ਦੀ ਜ਼ਰੂਰਤ ਹੋਵੇਗੀ, ਜਿਹੜੀ ਆਪਾਂ ਸਾਰੇ ਰਲ ਮਿਲ ਕੇ ਕਰਾਂਗੇ। ਸੋ ਅਮਰੀਕਾ ਦੇ ਵਿਚਕਾਰ ਇਹ ਬਹੁਤ ਵੱਡੀ ਖਬਰ ਹੈ, ਜਾਂ ਦੁਨੀਆ ਭਰ ਦੇ ਲੋਕਤੰਤਰ ਦੇ ਵਾਸਤੇ ਜਿਹੜੀ ਇੱਕ ਖਤਰੇ ਦੀ ਘੰਟੀ ਲਗਾਤਾਰ ਖੜਕ ਰਹੀ ਸੀ, ਉਹਦੇ ਉੱਤੇ ਹੁਣ ਸਵਾਲੀਆ ਚਿੰਨ੍ਹ ਜਿਹੜੇ ਲੱਗ ਰਹੇ ਸੀ ਉਹਨਾਂ 'ਤੇ ਹੁਣ ਸਟਾਪ ਸਾਈਨ ਲੱਗ ਚੁੱਕਾ ਹੈ। ਤੇ ਅਗਲੀ ਖਬਰ ਕੈਨੇਡਾ ਵਾਲੇ ਪਾਸਿਓਂ ਇੱਕ ਪੰਜਾਬੀ ਨੌਜਵਾਨ ਦੀ ਆਈ ਹੈ। ਬਹੁਤ ਖੂਬਸੂਰਤ ਖਬਰ ਹੈ। ਜਿੱਥੇ ਕੁਝ ਨਾ ਪੱਖੀ ਖਬਰਾਂ ਆਉਂਦੀਆਂ ਨੇ ਤੁਹਾਡੇ ਰੂਬਰੂ ਕਰੀਆਂ ਜਾਂਦੀਆਂ ਨੇ, ਪਰ ਹਾਂ ਪੱਖੀ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਨੀ ਬਣਦੀ ਹੈ। ਬਰੈਂਪਟਨ ਤੁਹਾਨੂੰ ਪਤਾ ਹੈ
कि सरी वांग उत्थे भी पंजाबियों की संघनी वसो है। ब्रैम्पटन के रहने वाले हरमनजीत सिंह गिल, जिसनों आम लोग हरमन गिल भी कह देंगे ने, उन्होंने करनीगी मैडल के नाल सन्मानित किया जाना है। ये मैडल आम तौर पर उन्होंने नागरिकों को दिता जाता है जो अपनी जिंदगी दे विच जां जिंदगी नूं असाधारण ढंग नाल दात ते लगा के दूसरिਆਂ ਦੀਆਂ जिंदगियां बचाउण की कोशिश करते हैं। जानकारी के अनुसार हरमन गिल उस समय सिर्फ 20 वरियां दा सी जदों उसने साल 2018 ਦੇ ਵਿੱਚ ब्रैम्पटन के विलियम्स पार्कवे के नेड़े एक हादसाग्रस्त गड्डी के विचों 3 जानां नूं बचाया। जानकारी के अनुसार क्रेडिट व्यू ड्राइव के नेड़े एक SUV एक घर नाल टकरा गया ਅਤੇ ਉਹਦੇ ਵਿੱਚ ਅੱਗ ਲੱਗ गई। ਗੱਡੀ ਦੇ ਵਿੱਚ 3 ਵਿਅਕਤੀ ਫਸੇ ਹੋਏ ਸਨ। ਹਰਮਨ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਸੀ ਕੀਤੀ। ਆਪਣੀ ਜਾਨ ਨੂੰ ਜ਼ੋਖਮ ਦੇ ਵਿੱਚ ਪਾ ਕੇ, ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਉਸ ਭਾਂਬੜ ਮੱਚ ਰਹੀ ਅੱਗ ਦੇ ਵਿੱਚੋਂ SUV ਦੇ ਵਿੱਚੋਂ ਵਾਰੀ-ਵਾਰੀ ਇੱਕ ਕਰਕੇ 3 ਜਣਿਆਂ ਨੂੰ ਬਚਾ ਲਿਆ ਸੀ। ਤੇ ਹਾਦਸੇ ਦੇ ਵਿੱਚ ਹਰਮਨ ਨੂੰ ਸੱਟਾਂ ਵੀ ਲੱਗ ਗਈਆਂ ਸਨ। ਹੱਥ ਦੇ ਉੱਤੇ ਕਾਫੀ ਸੱਟ ਚੋਟ ਆ ਗਈ ਸੀ, पर 3 ही जिंदगियों को बचाने दे विच हरमन आखिरकार सफल रहा सी। जां यह आख्या जा सकता कि उन्होंने 3 दे वास्ते 20 वरियां दा हरमन एक फरिश्ता बन के उन्होंने सामने आया सी। दसना बनता कि यह अवार्ड साल 1904 तो शुरू होया सी, जो असाधारण बहादरी दिखाने वाले व्यक्तियों को दिता जाता है। हुण ये अवार्ड इस वक्त 22 वरियां दा हो चुकिया। हरमन गिल उहदे हिस्से आया। अपने आप दे विच ये प्राप्ति है। अपने आप दे विच अपनी जिंदगी की परवाह ना करके दूसरिਆਂ की जिंदगी बचाने के वास्ते अपनी जिंदगी दाਅ ते ला के ये बहादरी का कारनामा दसदा है कि अपनी जिंदगी उन्होंने इस तरह महसूस होया कि इन्नी जरूरी नहीं, इन्नी कीमती नहीं जिन्नी वो भांबड़ बन के मच रही अग दे विचों कढ़ना 3 जिंदगियां नूं लाजमी है। इस वास्ते हरमन अते उन्हां दे मापे अते उन्हां दा मित्र जिथों उसनूं इस तरह दीयां कदरां कीमतां मिलियां ने, ਵਧਾਈ ਦੇ ਪਾਤਰ ਨੇ। अगली खबर है ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ कि भारत के प्रधान मंत्री ਨੂੰ ਲੈ ਕੇ एक किताबचा, उस किताबचे का विरोध का कारण की है, ये जो मैं ਤੁਹਾਡੇ ਨਾਲ खबर ਸਾਂਝੀ करनी है ਤੁਹਾਨੂੰ खुद ब खुद इल्म हो जाना है। असल ਦੇ ਵਿੱਚ इंडियन रेलवे केटरिंग एंड टूरिज्म कारपोरेशन ਉਹਨਾਂ ਦੇ ਵੱਲੋਂ प्रधान मंत्री नरेंद्र मोदी ਦੇ ਸਿੱਖਾਂ ਨਾਲ ਸੰਬੰਧਾਂ ਦੇ ਬਾਬਤ एक किताबचा चर्चा ਵਿੱਚ आ गया है। ਇਹ किताबचा 47 सफ़ियां ਦਾ है जो ईमेल राही मुसाफिरां नूं लगातार भेजिया जा रहा है। इस नाल सिखां दा प्रधान मंत्री दे नाल की रिश्ता वो दस्सण दी भरपूर शलाघा ते चर्चा की हुई है। रेलवे की इस कार्रवाई का हुण चफेरे विरोध होण लग पिया। जिहड़ी जानकारी साडे कोल पहुंची है उस दे मुताबक IRCTC दे 2 करोड़ के करीब ईमेलां मुसाफिरां नूं भेजियां गईयां ने। पटियाला जिला अदालत में काम करते हैं एडवोकेट गगनदीप सिंह, एडवोकेट परमिंदर सिंह गिल, एडवोकेट अमनप्रीत सिंह विरक। उन्होंने कहा कि उन्होंने बीते दिनी रेल के सफ़र किया सी। उन्होंने IRCTC वालों भेजी गई ईमेल जिस दे विच भारत के प्रधानमंत्री नाल सिखां दीयां कीतीआं गतिविधियां का जिक्र है। विस्तारत जानकारी है। उन्होंने कहा कि यह ईमेल भेजण का अर्थ है कि उन्होंने निजी ईमेल नूं केंद्र सरकार अपने मनोरथ वास्ते वरत रही है। अजकल किसानी संघर्ष भी चल रहा है। इस वेले सिखां दे नाल प्रधानमंत्री के संबंधां नूं मुसाफिरां नूं ईमेल करके दसना, ये भेजना कहंदे सरासर गलत है। किताबचे दे विच जिहड़ी इस किताबचे दे विच जिहड़ी जानकारी दित्ती गई है कहंदे वो गलत है। अज तक कदे भी भाजपा ने गुरुद्वारा साहिबानां दे बाहर लंगर लाया ही नहीं, पर इस किताबचे दे विच ये गल दर्ज है कि भाजपा गुरुद्वारा साहिबानां दे विच लंगर लाउंदी है। इन्हां वकीलों ने यह भी कहा है कि जेकर इस संबंधी उन्हां कोल कोई स्पष्टीकरण ना आया तो वह IRCTC नूं अदालत विच घड़ीस लैणगे। इस संबंध विच श्रोमणी गुरुद्वारा प्रबंधक कमेटी के एग्जैक्टिव मैंबर ने सतविंदर सिंह टौड़ा वो कहते इस तरह दीयां ईमेलां भेजना किसानी संघर्ष नूं खत्म करने दे लई ये काम कीता जा रहा है। कहते इस तरह दीयां ईमेलां भेजण दी थां जे किसानां दीयां मंगां ही सीधे तरीके नाल मन लैण ते भला की हर्ज है। तो दूसरे पासे ईमेल बारे IRCTC ने कहा कि यह ईमेल किसानी संघर्ष के मद्देनज़र नहीं, सगों ये तो प्रधानमंत्री के सिखां दे नाल चंगे संबंधां की चर्चा है। हुण महकमा आख रहा है कि इस तरह दीयां ईमेल भेजना गैर कानूनी होने बारे हाले तक कोई उन्होंने जवाब नहीं दिता।
पर दूसरे पासे श्रोमणी गुरुद्वारा प्रबंधक कमेटी की प्रधान है बीबी जगीर कौर, नवे प्रधान बने हैं। वो कहते पहला तो एक किताबचा इस मौके ईमेल राही भेजना गलत है। दूसरे पासे कहते जेकर प्रधानमंत्री अपने समागमां विच असीं बुलाया तो असीं उन्होंने बतौर प्रधानमंत्री बुलाया है। इस किताबचे विच एक कोरा झूठ है कि भाजपा ने किते गुरुद्वारा साहिबाना के अंदर जां बाहर किते लंगर लाया होवे। उन्होंने कहा कि यह किताबचा सरासर झूठ है जां झूठ का पलंदा है। पर तुसीं देखो मौका देखो किहड़ा है। एक पासे पंजाब तो वड्डी गिणती विच अंदोलन उठ के दिल्ली की हिक ते बैठे है तो दूसरे पासे हुण रेलवे दे विच सफ़र करने वाले लोगों को यह दस्सिया जा रहा है उन्हां दीआं ईमेल्स लैके, क्योंकि जदों वो बुकिंग करते हैं उस वक्त ईमेल्स ने, ईमेल्स के राही उन्होंने दस्सिया जा रहा है कि भाई प्रधानमंत्री का सिखां नाल बहुत गहरे संबंध ने। पर हुण इस समय के उत्ते जदों ये ईमेल्स भेजियां जा रही ने, इन्हां कुछ वकीलों ने ते श्रोमणी गुरुद्वारा प्रबंधक कमेटी ने इस चीज़ का सख्त नोटिस ले लिया। हुण दूसरे पासे किसान संघर्ष चल रहा है। जानकारी मिल रही है कि किसानों ने सख्त रुख अपना लिया। वो कहते ये जिहड़े कानून ने लगभग 3 हफ्ते हो गए सानू दिल्ली घेरी बैठिया तो सख्त रुख ना अपनाइए तो की करिए। वो कहते सरकार नूं ये कानून वापस लैण वास्ते असीं मजबूर कर देंगे। किसान आगुओं ने कहा कि लड़ाई हुण उस पड़ाव ते पुज गई जिथे वो इस नूं हर हाल जितण वास्ते दृढ़ ने। आगुओं ने कहा कि वो गलबात तो नहीं भज रहे, वो सरकार दीआं मंगां ते गौर करे तो सरकार जेकर साडीआं मंगां ते गौर ही नहीं करती, सानू ठोस तजवीज़ां ही नहीं भेजती, फिर असीं अगे किवें वधीए। किसान आगुओं ने कहा कि जे सरकार ने इन्हां कानूनां नूं रद्द करन लई अपनी अड़ी इस तरह बरकरार रखी तो वह भी अपनियां मंगां मनवा के इत्थों उठणगे। आगुओं ने कहा कि किसान अंदोलन नूं तिखा करन दी लड़ी दे विच भलके बुधवार तो दिल्ली ते नोएडा दरम्यान चिल्ला बार्डर नूं मुकम्मल बंद रखण दा सी फिर तो ऐलान कर दिता। उन्होंने ये भी कहा कि अंदोलन दौरान शहीदी पाउण वाले किसानां नूं 20 दसंबर नूं लोक पिंड जां ब्लाक पद्धर ते श्रद्धांजलियां देणगे। ਸਿੰਘੂ ਬਾਰਡਰ ਦੇ ਉੱਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਜਗਜੀਤ ਢਾਲੇਵਾਲ। ਉਹ ਕਹਿੰਦੇ ਸਰਕਾਰ ਸਾਨੂੰ ਕਹਿ ਰਹੀ ਹੈ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ। ਕਹਿੰਦੇ ਪਰ ਅਸੀਂ ਕਹਿ ਰਹੇ ਹਾਂ ਕਿ ਅਸੀਂ ਉਹਨਾਂ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਦਿਆਂਗੇ। ਉਹ ਕਹਿੰਦੇ ਲੜਾਈ ਅਜਿਹੇ ਪੜਾਅ ਤੇ ਆ ਗਈ ਜਿੱਥੇ ਅਸੀਂ ਹਰ ਕੀਮਤ ਤੇ ਇਹਨਾਂ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਅਤੇ ਇਸ ਫੈਸਲੇ ਨੂੰ ਜਿੱਤਣ ਵਾਸਤੇ ਦ੍ਰਿੜ ਹੈ। ਉਹਨਾਂ ਨਾਲ ਇਹ ਵੀ ਕਿਹਾ ਕਿ ਅਸੀਂ ਗੱਲਬਾਤ ਤੋਂ ਨਹੀਂ ਭੱਜਦੇ, पर सरकार नूं साडीआं मंगां वल ध्यान देना पवेगा, ठोस तजवीज़ नाल अगे आउणा पएगा। इस प्रैस कॉन्फ्रेंस नूं लगभग सारे किसान आगूआं ने संबोधन किया अते उन्हां ने अपने दृढ़ इरादे की सरकार तक एक बारी फिर आवाज़ पहुँचा दी है। अगली खबर काफ़ी अचंभे वाली है। तुहानूं पता है कि सरकार ने सैशन ही रद्द कर दिता। सैशन रद्द करन तो बाद साबका केंद्रीय मंत्री हरसिमरत कौर बादल ने ਅੱਜ ਕੇਂਦਰ ਸਰਕਾਰ ਦੇ ਵੱਲੋਂ ਸੰਸਦ ਦਾ ਸਰਦਰੁੱਤ ਦਾ ਇਜਲਾਸ ਰੱਦ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਸਰਕਾਰ ਤਿੰਨੇ ਖੇਤੀਬਾੜੀ ਮੰਡੀਕਰਨ ਬਿੱਲ ਨੇ ਜਿਹੜੇ ਕਾਨੂੰਨ ਨੇ ਰੱਦ ਕਰਨ ਦੀ ਕਿਸਾਨਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਉਹਨਾਂ ਮੰਗ ਕੀਤੀ ਹੈ ਕਿ ਤਿੰਨੇ ਹੀ ਇਹਨਾਂ ਕਾਨੂੰਨਾਂ ਨੂੰ ਕਿਸਾਨਾਂ ਦੀ ਇੱਛਾ ਦੇ ਮੁਤਾਬਕ ਰੱਦ ਕਰਨ ਵਾਸਤੇ ਸੰਸਦ ਦਾ ਇੱਕ ਰੋਜ਼ਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇ। ਉਹਨਾਂ ਜਿਹੜਾ ਬਿਆਨ ਜਾਰੀ ਕੀਤਾ ਉਹਦੇ ਵਿੱਚ ਕਿਹਾ ਕਿ ਕੇਂਦਰ ਜਾਣਦੀ ਹੈ कि की गलत है तो की ठीक है। वो कहते केंद्र ये भी जानता है कि वो इस मामले ते लोगों का सामना इस वक्त कर नहीं सकता। कहते वो ये भी जानते हैं कि उन्होंने करोना महामारी का बहाना बना के संसद का सरदरुत इजलास ही रद्द कर दिता है। हरसिमरत ने कहा कि संसद मैंबर किसानों की आवाज़ बुलंद करने मौके तो खुंज जाणगे। वो कहते सरकार ने तिन्ने खेती कानून लियादे किसान रद्द करवाउणा चाहुंदे है, रद्द करने लई दबाव भी लगातार बना रहे हैं। इस करके संसद मैंबर भी इस इजलास दौरान अपनी आवाज़ बुलंद करके सरकार ते दबाव बनाना चाहते सी। कहते जदों लोग नहीं चाहते फिर आ कानून रखण दी तुक किहड़ी है। एक काले कानून रद्द करने लई संसद का एक रोज़ा इजलास सद्दे जाण दी उन्हां मंग दोहराई। उन्हां कहा कि समय की जरूरत है। इत्थे ये भी गल दसणी बनती है कि संसदी मामलों के मंत्री ने प्रहलाद जोशी, उन्होंने लोक सभा दे विच कांग्रेस के लीडर ने अधीर रंजन चौधरी उन्होंने एक चिट्ठी भेज के स्पष्ट किया है कि कोविड-19 महामारी के कारण संसद का सरदरुत सैशन बुलाया नहीं जाएगा अते बजट सैशन
ਅਗਲੇ ਸਾਲ ਭਾਵ ਜਨਵਰੀ 2021 ਵਿੱਚ ਬੁਲਾਇਆ ਜਾ ਸਕਦਾ ਹੈ। ਹੁਣ ਤੁਸੀਂ ਦੇਖੋ ਕਿਵੇਂ ਇੱਕ ਇੱਕ ਕਰਕੇ ਹੱਕਾਂ ਤੇ ਡਾਕਾ। ਸੈਸ਼ਨ ਹੀ ਰੱਦ ਕਰ ਦਿੱਤਾ। ਪਤਾ ਸੀ ਕਿ ਵਿਰੋਧੀ ਧਿਰ ਭਾਵੇਂ ਕਮਜ਼ੋਰ ਹੈ, ਜਿਹੋ ਜੀ ਵੀ ਹੈ, ਸੰਸਦ ਦੇ ਬਾਹਰ ਵੀ ਰੌਲਾ ਪੈਣਾ ਸੀ, ਇਹਨਾਂ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਪੈ ਰਿਹਾ ਹੈ। ਤੇ ਜੇਕਰ ਇਹ ਇਜਲਾਸ ਸੱਦਿਆ ਜਾਂਦਾ ਤੇ ਸੰਸਦ ਦੇ ਅੰਦਰ ਵੀ ਸਰਕਾਰ ਦਾ ਜਲੂਸ ਨਿਕਲਣਾ ਤੈਅ ਸੀ, ਪਰ ਉਹਨਾਂ ਨੇ ਸੈਸ਼ਨ ਹੀ ਰੱਦ ਕਰ ਦਿੱਤਾ ਤੇ ਬਹਾਨਾ ਕੋਵਿਡ-19 ਦਾ ਲਾਇਆ। ਤੇ ਹੁਣ ਬੀਤੇ ਦਿਨਾਂ ਤੋਂ ਲਗਾਤਾਰ ਖਬਰਾਂ ਚਰਚਾ ਵਿੱਚ ਨੇ ਕਿ ਆਹ ਕਿਸਾਨੀ ਸੰਘਰਸ਼ ਅਸਲ ਦੇ ਵਿੱਚ ਟੁਕੜੇ ਗੈਂਗ ਨੇ ਹਾਈਜੈਕ ਕਰ ਲਿਆ। ਇਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਉਹਨਾਂ ਨੇ ਕਿਹਾ ਕਿ ਅਸਲ ਦੇ ਵਿੱਚ ਭਾਜਪਾ ਹੀ ਭਾਰਤ ਵਿੱਚ ਟੁਕੜੇ ਗੈਂਗ ਹੈ। ਇਹ ਦੇਸ਼ ਵਿੱਚ ਇੱਕ ਭਾਈਚਾਰੇ ਨੂੰ ਦੂਸਰੇ ਦੇ ਖਿਲਾਫ ਕਰਕੇ ਭਾਰਤ ਨੂੰ ਟੁਕੜਿਆਂ ਵਿੱਚ ਵੰਡਣਾ ਚਾਹੁੰਦੀ ਹੈ। ਕਹਿੰਦੇ ਇਸ ਦੀ ਸੱਤਾ ਲਈ ਲਾਲਸਾ ਇਸ ਕਦਰ ਵੱਧ ਚੁੱਕੀ ਹੈ ਕਿ ਇਸ ਨੂੰ ਫਿਰਕੂ ਧਰੁਵੀਕਰਨ ਦਾ ਰਾਹ ਫੜਨ ਅਤੇ ਭਾਰਤ ਨੂੰ ਫਿਰਕੂ ਅੱਗ ਵਿੱਚ ਝੋਕਣ ਦੇ ਵਿੱਚ ਕੋਈ ਹਿਚਕਚਾਹਟ ਮਹਿਸੂਸ ਨਹੀਂ ਹੋ ਰਹੀ। ਸੁਖਬੀਰ ਬਾਦਲ ਬਠਿੰਡਾ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ। ਕਹਿੰਦੇ ਭਾਜਪਾ ਨੇ ਪਹਿਲਾਂ ਹਿੰਦੂਆਂ ਨੂੰ ਮੁਸਲਮਾਨਾਂ ਦੇ ਖਿਲਾਫ ਕੀਤਾ, ਹੁਣ ਇਹ ਮੁੜ ਇਹੀ ਮਾੜੀ ਖੇਡ ਕੇ ਪੰਜਾਬ ਦੇ ਵਿੱਚ ਇਹ ਦੁਖਾਂਤ ਦੁਹਰਾਉਣਾ ਚਾਹੁੰਦੀ ਹੈ। ਉਹ ਕਹਿੰਦੇ ਇਹ ਪੰਜਾਬ ਵਿੱਚ ਸਾਡੇ ਸ਼ਾਂਤੀ ਪਸੰਦ ਹਿੰਦੂ ਭਰਾਵਾਂ ਨੂੰ ਸਿੱਖਾਂ ਦੇ ਖਿਲਾਫ ਤੇ ਸਿੱਖਾਂ ਨੂੰ ਹਿੰਦੂਆਂ ਦੇ ਖਿਲਾਫ ਕਰਨਾ ਚਾਹੁੰਦੀ ਹੈ। ਜਦਕਿ ਕਹਿੰਦੇ ਇਹਨਾਂ ਦੇ ਦਰਮਿਆਨ ਸਦੀਆਂ ਤੋਂ ਖੂਨ ਦੇ ਮਜ਼ਬੂਤ ਰਿਸ਼ਤੇ ਹੈ। ਭਾਜਪਾ ਇਹਨਾਂ ਰਿਸ਼ਤਿਆਂ ਨੂੰ ਖੂਨ ਖਰਾਬੇ ਦੇ ਵਿੱਚ ਬਦਲਣਾ ਚਾਹੁੰਦੀ ਹੈ। ਉਹ ਕਹਿੰਦੇ ਭਾਜਪਾ ਸਿਰਫ ਆਪਣੇ ਸਿਆਸੀ ਜਿਹੜੇ ਸੌੜੇ ਟੀਚੇ ਨੇ ਉਹਨਾਂ ਦੀ ਪੂਰਤੀ ਵਾਸਤੇ ਬਹੁਤ ਮਿਹਨਤ ਨਾਲ ਕਮਾਈ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਮਾਹੌਲ ਨੂੰ ਸਾਬੋਤਾਜ ਕਰਨ ਲਈ ਖਤਰਨਾਕ ਸਾਜ਼ਿਸ਼ਾਂ ਰਚ ਰਹੀ ਹੈ। ਇਹ ਧਰਮ ਦੇ ਨਾਂ ਤੇ ਨਫ਼ਰਤ ਫੈਲਾ ਕੇ ਭਾਰਤ ਅਤੇ ਇਸ ਦੇ ਲੋਕਾਂ ਨੂੰ ਆਪਸ ਵਿੱਚ ਵੰਡ ਰਹੀ ਹੈ। ਚੱਲ ਰਹੇ ਕਹਿੰਦੇ ਕਿਸਾਨ ਅੰਦੋਲਨ ਦੀ ਜਦੋਂ ਮੈਂ ਗੱਲ ਕਰਦਾ ਤਾਂ ਕਹਿੰਦੇ ਭਾਜਪਾ ਨੂੰ ਛੱਡ ਕੇ ਸਾਰਾ ਮੁਲਕ, ਸਾਰੀਆਂ ਸਿਆਸੀ ਪਾਰਟੀਆਂ ਕਿਸਾਨਾਂ ਤੇ ਜਵਾਨਾਂ ਦੇ ਨਾਲ ਨੇ। ਕਿਸਾਨਾਂ ਤੇ ਜਵਾਨਾਂ ਪ੍ਰਤੀ ਸਾਡੇ ਕਰਜ਼ੇ ਨੂੰ ਕੌਣ ਨਹੀਂ ਸਮਝਦਾ। ਕਹਿੰਦੇ ਭਾਜਪਾ ਲੋਕਾਂ ਨੂੰ ਭੜਕਾ ਰਹੀ ਹੈ, ਆਖ ਰਹੀ ਹੈ ਕਿ ਇਹਨਾਂ ਦਾ ਤਾਂ ਸਾਡੇ ਸਿਰ ਕੋਈ ਕਰਜ਼ੇ ਨਹੀਂ। ਉਹ ਕਹਿੰਦੇ ਮੰਨਣਾ ਮੇਰਾ ਇਹ ਹੈ ਕਿ ਕਿਸਾਨਾਂ ਦੀ ਸ਼ਹਾਦਤ ਦਾ ਭਾਵਨਿਕ ਤੌਰ ਤੇ ਫਾਇਦਾ ਉਠਾਇਆ ਜਾ ਸਕਦਾ ਹੈ, ਪਰ ਇਹਨਾਂ ਪ੍ਰਤੀ ਇੰਨੀ ਨਾਸ਼ੁਕਰੀ ਕਿ ਕਿਸਾਨਾਂ ਨੂੰ ਦੇਸ਼ ਵਿਰੋਧੀ ਕਰਾਰ ਦਿੱਤਾ ਜਾ ਰਿਹਾ ਹੈ, ਉਹਨਾਂ ਨੂੰ ਮਾਓਵਾਦੀ ਆਖਿਆ ਜਾ ਰਿਹਾ ਹੈ, ਉਹਨਾਂ ਨੂੰ ਦੇਸ਼ ਵਿਰੋਧੀ ਆਖਿਆ ਜਾ ਰਿਹਾ ਹੈ। ਉਹ ਕਹਿੰਦੇ ਭਾਜਪਾ ਜਾਣਦੀ ਹੈ ਕਿ ਜੇਕਰ ਉਹਨਾਂ ਦੇ ਇਹ ਗੱਲ ਫਿੱਟ ਬੈਠੇ ਕਿ ਸਾਨੂੰ ਇਹਦੇ ਨਾਲ ਰਾਜਨੀਤਿਕ ਤੌਰ ਤੇ ਫਾਇਦਾ ਹੋ ਰਿਹਾ ਹੈ, ਤਾਂ ਕੱਲ੍ਹ ਨੂੰ ਅੱਜ ਜਿਵੇਂ ਕਿਸਾਨਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਫੱਟੀਆਂ ਲਾਈਆਂ ਜਾ ਰਹੀਆਂ ਨੇ, ਉਹਨਾਂ ਨੂੰ ਵੱਖੋ ਵੱਖ ਨਾਵਾਂ ਨਾਲ ਪੁਕਾਰਿਆ ਜਾ ਰਿਹਾ ਹੈ। ਉਹ ਕਹਿੰਦੇ ਹੋ ਸਕਦਾ ਕਿ ਸਾਡੇ ਫੌਜੀਆਂ ਨੂੰ, ਸਾਡੇ ਜਵਾਨਾਂ ਨੂੰ ਵੀ ਕੱਲ੍ਹ ਨੂੰ ਦੇਸ਼ ਵਿਰੋਧੀ ਕਰਾਰ ਦੇਣਾ ਇਹ ਸ਼ੁਰੂ ਕਰ ਦੇਵੇ। ਕਿਸਾਨਾਂ ਪ੍ਰਤੀ ਕਹਿੰਦੇ ਭਾਜਪਾ ਦਾ ਕੀ ਰੁਖ ਹੈ ਇਹ ਸਾਰਿਆਂ ਦੇ ਸਾਹਮਣੇ ਆ ਗਿਆ ਤੇ ਕਿਸਾਨਾਂ ਦਾ ਗੁੱਸਾ ਕਿਹੜੇ ਤਰੀਕੇ ਨਾਲ ਹੈ ਇਹ ਵੀ ਲਗਭਗ ਹੁਣ ਕੋਈ ਲੁਕਿਆ ਨਹੀਂ, ਕੋਈ ਛਿਪਿਆ ਨਹੀਂ। ਪਰ ਸ਼ਾਇਦ ਸੁਖਬੀਰ ਬਾਦਲ ਹੋਣੀ ਵੀ ਇਹ ਗੱਲ ਭੁੱਲ ਰਹੇ ਨੇ ਕਿ ਕਿਸਾਨਾਂ ਦਾ ਗੁੱਸਾ ਤੁਹਾਡੇ ਪ੍ਰਤੀ ਵੀ ਇੰਨਾ ਹੀ ਹੈ। ਜਦੋਂ ਬਿੱਲ ਡਰਾਫਟ ਕੀਤੇ ਗਏ ਸੀ, ਜਦੋਂ ਸੰਸਦ ਦੇ ਵਿੱਚ ਲਿਆਂਦੇ ਗਏ ਸੀ, ਤੁਸੀਂ ਵੀ ਲਗਭਗ ਇਹਨਾਂ ਦੀ ਹਾਮੀ ਭਰ ਰਹੇ ਸੀ, ਹਾਂ ਵਿੱਚ ਹਾਂ ਭਰ ਰਹੇ ਸੀ। ਤੁਸੀਂ ਵੀ ਉਦੋਂ ਯੂ ਟਰਨ ਮਾਰੀ ਸੀ, ਤੁਸੀਂ ਵੀ ਉਦੋਂ ਪੈਰ ਤੇ ਘੁੰਮੇ ਸੀ ਜਦੋਂ ਵੇਖ ਲਿਆ ਸੀ ਕਿ ਪਿੰਡਾਂ ਦੇ ਵਿੱਚ ਵੜਨਾ ਸਾਡਾ ਮੁਸ਼ਕਲ ਹੋ ਜਾਏਗਾ। ਤੁਸੀਂ ਭਾਂਪ ਲਿਆ ਸੀ ਕਿ ਪਹਿਲਾਂ ਸਾਡੀ ਟਕਸਾਲੀ ਵੋਟ ਸਾਡੇ ਤੋਂ ਕਿਨਾਰਾ ਕਰ ਗਈ ਹੈ, ਹੁਣ ਸਾਡਾ ਦੂਸਰਾ ਸਭ ਤੋਂ ਵੱਡਾ ਵੋਟ ਬੈਂਕ ਕਿਸਾਨੀ ਹੈ, ਪਿੰਡਾਂ ਦੇ ਵਿੱਚ ਹੈ। ਇਹਨਾਂ ਕਾਨੂੰਨਾਂ ਨੂੰ ਲੈ ਕੇ ਉਹਨਾਂ ਨੇ ਜਦੋਂ ਤੁਹਾਡੇ ਤੋਂ ਮੂੰਹ ਫੇਰਿਆ ਤੇ ਆਖਰਕਾਰ ਤੁਹਾਨੂੰ ਅੱਕ ਚੱਬਣਾ ਪਿਆ, ਤੁਹਾਨੂੰ ਵਜ਼ੀਰੀ ਤੋਂ ਵੀ ਅਸਤੀਫਾ ਦਿਵਾਉਣਾ ਪਿਆ, ਤੁਹਾਨੂੰ ਬੀਤੇ 22 ਵਰਿਆਂ ਦੀ ਸਾਂਝ ਭਿਆਲੀ ਵੀ ਛੱਡਣੀ ਪਈ। ਪਰ ਕੁਝ ਵੀ ਹੈ, ਦੇਰ ਆਏ ਦੁਰਸਤ ਆਏ। ਤੇ ਹੁਣ ਉਧਰ ਮਮਤਾ ਬੈਨਰਜੀ ਦੇ ਨਾਲ ਸਿੰਘ ਫਸੇ ਹੋਏ ਆ ਪੂਰੇ ਜ਼ੋਰਾਂ ਸ਼ੋਰਾਂ ਨਾਲ। ਮਮਤਾ ਬੈਨਰਜੀ ਨੇ ਜਿਹੜੀਆਂ ਗੱਲਾਂ ਆਖ ਦਿੱਤੀਆਂ ਆਮ ਬੰਦਾ ਤਾਂ ਸੋਚ ਵੀ ਨਹੀਂ ਸਕਦਾ, ਕਿਉਂਕਿ ਤੁਹਾਨੂੰ ਪਤਾ ਹੋਣਾ ਕਿ ਹੁਣ ਬਿਹਾਰ ਤੋਂ ਬਾਅਦ ਪੱਛਮੀ ਬੰਗਾਲ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ, ਜਿਸ ਨਾਲ ਉੱਥੋਂ ਦਾ ਰਾਜਨੀਤਿਕ ਜਿਹੜਾ ਮਾਹੌਲ ਹੈ ਬੜਾ ਸਰਗਰਮ ਹੋ ਚੁੱਕਿਆ, ਤੇਜ਼ ਹੋ ਚੁੱਕਿਆ। ਚੋਣ ਕਮਿਸ਼ਨ ਨੇ ਭਾਵੇਂ ਹਾਲੇ ਤਰੀਕਾਂ ਦਾ ਐਲਾਨ ਨਹੀਂ ਕੀਤਾ, ਪਰ ਬੀਜੇਪੀ ਅਤੇ TMC ਦੇ ਵਿਚਕਾਰ ਜ਼ੁਬਾਨੀ ਜੰਗ ਸਿਖਰਾਂ ਤੇ ਹੈ। ਇੱਕ ਪਾਸੇ ਭਾਰਤੀ ਜਨਤਾ ਪਾਰਟੀ, ਉਹ ਕਹਿੰਦੇ ਬੰਗਾਲ ਦੇ ਵਿੱਚ ਖਰਾਬ ਕਾਨੂੰਨ ਵਿਵਸਥਾ ਇਹਦਾ ਮੁੱਦਾ ਬਣਾ ਰਹੀ ਹੈ, ਤੇ ਦੂਜੇ ਪਾਸੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ BJP ਦੇ ਵਾਅਦਿਆਂ ਨੂੰ ਲੈ ਕੇ ਨਿਸ਼ਾਨੇ ਵਿੰਨਣੇ ਸ਼ੁਰੂ ਕਰ ਦਿੱਤੇ ਆ। ਨਾਲ ਹੀ ਉਹਨਾਂ ਨੇ ਤੁਲਨਾ ਚੰਬਲ ਦੇ ਡਾਕੂਆਂ ਨਾਲ ਕੀਤੀ ਆ ਭਾਰਤੀ ਜਨਤਾ ਪਾਰਟੀ ਦੀ। ਜਲਪਾਈਗੁੜੀ ਦੇ ਵਿੱਚ ਉਹ ਇੱਕ ਸਭਾ ਨੂੰ ਸੰਬੋਧਨ ਕਰ ਰਹੇ ਸਨ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਕਹਿੰਦੇ, ਇਹ ਦੱਸੋ ਕਿ BJP ਤੋਂ ਵੱਡਾ ਚੋਰ ਅੱਜ ਭਾਰਤ 'ਚ ਕਿਹੜਾ ਹੈ? ਇਹ ਚੰਬਲ ਦੇ ਡਕੈਤ ਨੇ ਕਹਿੰਦੇ।
ਉਹ ਕਹਿੰਦੇ ਉਹਨਾਂ ਨੇ 2014 ਚ 16 ਚ 19 ਦੀਆਂ ਚੋਣਾਂ ਵਿੱਚ ਕਿਹਾ ਸੀ ਕਿ 7 ਚਾਹ ਦੇ ਬਗੀਚਿਆਂ ਨੂੰ ਫਿਰ ਤੋਂ ਖੋਲ੍ਹਿਆ ਜਾਏਗਾ, ਨਾਲ ਹੀ ਕੇਂਦਰ ਸਰਕਾਰ ਉਸ ਨੂੰ ਟੇਕ ਓਵਰ ਕਰ ਲਏਗੀ। ਹੁਣ ਉਹ ਕਹਿੰਦੇ ਲੋਕਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕਰ ਰਹੇ ਨੇ। ਕਹਿੰਦੇ ਉਹਨਾਂ ਦੇ ਵਾਅਦੇ ਖੋਖਲੇ ਨੇ, ਉਹਨਾਂ ਦੇ ਵਾਅਦੇ ਝੂਠੇ ਨੇ, ਨਾਲ ਹੀ ਉਹ ਜਨਤਾ ਨੂੰ ਧੋਖਾ ਦਿੰਦੇ ਰਹੇ ਨੇ, ਧੋਖਾ ਦੇਣ ਦੇ ਆਦੀ ਨੇ, ਤੇ ਇੱਕ ਵਾਰੀ ਫਿਰ ਧੋਖੇ ਦੇਣ ਦੀਆਂ ਗੱਲਾਂ ਕਰ ਰਹੇ ਆ। ਉਹਨਾਂ ਨੇ ਉੱਤਰੀ ਬੰਗਾਲ ਦੇ ਵਿੱਚ ਘੱਟ ਸੀਟਾਂ ਮਿਲਣ ਤੇ ਨਾਰਾਜ਼ਗੀ ਦਾ ਵੀ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਤੁਸੀਂ ਸਾਰੀਆਂ ਸੀਟਾਂ ਬੀਜੇਪੀ ਨੂੰ ਦੇ ਦਿੱਤੀਆਂ, ਸਾਨੂੰ ਇੱਕ ਵੀ ਨਹੀਂ ਦਿੱਤੀ। ਉਹ ਕਹਿੰਦੇ ਸਾਡਾ ਦੋਸ਼ ਤੇ ਦੱਸ ਦਿਓ, ਮੇਰੀ ਝੋਲੀ ਪਾ ਦਿਓ ਕੀ ਸੀ। ਮਮਤਾ ਨੇ ਕਿਹਾ ਕਿ ਇੱਥੇ RSS ਦੇ ਕੁਝ ਲੋਕ ਆ ਚੁੱਕੇ ਹੈ। ਉਹਨਾਂ ਕਿਹਾ ਕਿ ਤੁਹਾਡੀ ਧੀ ਦਾ ਵਿਆਹ ਹੋਵੇਗਾ ਤੇ ਅਸੀਂ ਵੇਖ ਲਾਂਗੇ। ਉਹਨਾਂ ਨੇ ਉਦੋਂ ਤੱਕ ਕੀ ਵੇਖਿਆ ਤੇ ਮਮਤਾ ਗੁੱਸੇ ਵਿੱਚ ਸੀ ਪੂਰੇ। ਮਮਤਾ ਬੈਨਰਜੀ ਆਪਣੇ ਗੁੱਸੇ ਅਤੇ ਸੁਭਾਅ ਤੇ ਮਮਤਾ ਬੈਨਰਜੀ ਨੇ ਕਿਹਾ ਕਿ ਉਂਝ ਤਾਂ ਮੈਂ ਬਹੁਤ ਚੰਗੀ ਹਾਂ, ਪਰ ਜਦੋਂ ਵੀ ਮੇਰੇ ਤੇ ਕੋਈ ਹਮਲਾ ਕਰਦਾ ਹੈ ਤਾਂ ਫਿਰ ਮੈਂ ਅਜਿਹਾ ਰਿਐਕਸ਼ਨ ਕਰਦੀ ਹਾਂ, ਅਜਿਹਾ ਪ੍ਰਤੀਕਰਮ ਦਿੰਦੀ ਹਾਂ ਕਿ ਕੋਈ ਹਜ਼ਾਰਾਂ ਗੁੰਡੇ ਲੈ ਕੇ ਵੀ ਆ ਜੇ, ਮੈਨੂੰ ਰੋਕ ਨਹੀਂ ਸਕਦਾ। ਬੜੇ ਗੁੱਸੇ ਵਿੱਚ ਬੋਲ ਰਹੇ ਸੀ। ਉੱਥੇ ਹੀ ਮਮਤਾ ਬੈਨਰਜੀ ਨੇ ਇਸ਼ਾਰਿਆਂ ਦੇ ਵਿੱਚ ਓਵੈਸੀ ਨੂੰ ਬੀਜੇਪੀ ਦੀ B ਟੀਮ ਦੱਸਿਆ। ਉਹਨਾਂ ਕਿਹਾ ਕਿ ਬੀਜੇਪੀ ਹੈਦਰਾਬਾਦ ਤੋਂ ਇੱਕ ਪਾਰਟੀ ਇੱਥੇ ਚੁੱਕ ਲਿਆਈ ਹੈ। ਉਹ ਸੋਚਦੀ ਹੈ ਕਿ ਉਹ ਮੁਸਲਮਾਨ ਵੋਟਾਂ ਦਾ ਧਰੁਵੀਕਰਨ ਕਰ ਲੈਣਗੇ। ਜੇ ਕਹਿੰਦੇ ਭਾਰਤੀ ਜਨਤਾ ਪਾਰਟੀ ਆਹ ਸੋਚਦੀ ਹੈ ਨਾ, ਤਾਂ ਅੱਜ ਤੱਕ ਦੀ ਉਹ ਸਭ ਤੋਂ ਵੱਡੀ ਗਲਤਫਹਿਮੀ ਦੇ ਵਿੱਚ ਹੈ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੂਬੇ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਹ ਸਿਆਸੀ ਤੇ ਜ਼ੁਬਾਨੀ ਜੰਗ ਹੋਰ ਸਿਖਰਾਂ ਤੇ ਜਾਏਗੀ। ਤੇ ਹੁਣ ਚੱਲਦੇ ਹਾਂ ਕਿਸਾਨੀ ਸੰਘਰਸ਼ ਵੱਲ। 5 ਮੌਤਾਂ ਬੀਤੇ ਕੁਝ ਘੰਟਿਆਂ ਦੇ ਵਿੱਚ ਕਿਸਾਨਾਂ ਦੀਆਂ ਹੋਈਆਂ ਨੇ। ਬੜੀਆਂ ਦਰਦਨਾਕ ਖਬਰਾਂ ਮਿਲ ਰਹੀਆਂ ਨੇ। ਇੱਕ ਪਾਸੇ ਕੇਂਦਰ ਸਰਕਾਰ ਦੇ ਖਿਲਾਫ ਕਿਸਾਨ ਮੋਰਚਾ ਖੋਲ੍ਹੀ ਬੈਠੇ ਹੈ ਤੇ ਦੂਸਰੇ ਪਾਸੇ ਆ ਬੇਹੱਦ ਬੁਰੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ। ਜਾਣਕਾਰੀ ਮਿਲ ਰਹੀ ਹੈ ਕਿ ਦਿੱਲੀ ਧਰਨੇ ਤੋਂ ਵਾਪਸ ਪਰਤ ਰਹੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸਫੇੜਾ ਦੇ 2 ਕਿਸਾਨਾਂ ਦੀ ਇੱਕ ਭਿਆਨਕ ਸੜਕ ਹਾਦਸੇ 'ਚ ਮੌਤ ਹੋਈ। ਪਤਾ ਲੱਗਿਆ ਕਿ ਇਸ ਹਾਦਸੇ ਦੇ ਵਿੱਚ ਕਈ ਹੋਰ ਕਿਸਾਨ ਜ਼ਖਮੀ ਵੀ ਹੋਏ ਨੇ, ਜਿਨ੍ਹਾਂ ਦਾ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ। ਹੁਣ ਤੱਕ ਜਿਹੜੀ ਜਾਣਕਾਰੀ ਮਿਲੀ ਹੈ ਕਿ ਬੀਤੀ ਰਾਤ ਪਿੰਡ ਸਫੇੜਾ ਦੇ ਕਿਸਾਨ ਦਿੱਲੀ ਧਰਨੇ ਤੋਂ ਜਦ ਵਾਪਸ ਆ ਰਹੇ ਸਨ ਤਾਂ ਹਰਿਆਣਾ ਦੇ ਤਰਾਵੜੀ ਨੇੜੇ GT ਰੋਡ ਤੇ ਇੱਕ ਟਰੱਕ ਨੇ ਟਰੈਕਟਰ ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਟਰੈਕਟਰ ਟਰਾਲੀ ਪਲਟ ਗਏ। ਇਸੇ ਹੀ ਹਾਦਸੇ ਦੇ ਵਿੱਚ 64-65 ਵਰਿਆਂ ਦੇ ਲਾਭ ਸਿੰਘ ਅਤੇ 24 ਵਰਿਆਂ ਦੇ ਗੁਰਪ੍ਰੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਹੈ। ਕਿਤੇ ਕਈ ਕਿਸਾਨ ਜ਼ਖਮੀ ਦੱਸੇ ਜਾ ਰਹੇ ਨੇ, ਜਿਨ੍ਹਾਂ ਚੋਂ ਇੱਕ ਦੀ ਹਾਲਤ ਤੇ ਬਹੁਤ ਨਾਜ਼ੁਕ ਬਣੀ ਹੋਈ ਹੈ। ਇਸ ਲਈ ਉਹਨੂੰ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਹੋਇਆ। ਇਸੇ ਤਰ੍ਹਾਂ ਬੀਤੀ ਰਾਤ ਮੋਹਾਲੀ ਦੇ ਭਾਗੋ ਮਾਜਰਾ ਨੇੜੇ ਦਿੱਲੀ ਤੋਂ ਪਰਤ ਰਹੇ ਇੱਕ ਕਿਸਾਨਾਂ ਦੇ ਟੈਂਪੂ ਟਰੈਵਲਰ ਦੀ ਵੀ ਟਰੱਕ ਨਾਲ ਇੱਕ ਟੱਕਰ ਹੋਈ। ਇਹਦੇ ਵਿੱਚ ਵੀ 2 ਕਿਸਾਨਾਂ ਦੀ ਮੌਤ ਤੇ 10 ਦੇ ਜ਼ਖਮੀ ਹੋਣ ਦੀ ਖਬਰ ਹੈ। ਮਰਨ ਵਾਲਿਆਂ ਦੀ ਪਹਿਚਾਣ ਦੀਪ ਸਿੰਘ ਮੋਹਾਲੀ ਦੇ ਸੀ ਅਤੇ ਸੁਖਦੇਵ ਸਿੰਘ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਸੀ। ਇਸੇ ਤਰ੍ਹਾਂ ਭਿੰਡਰ ਕਲਾਂ ਦੇ ਮੱਖਣ ਖਾਨ, ਜਿਨ੍ਹਾਂ ਦੀ ਉਮਰ ਸਿਰਫ 45 ਵਰ੍ਹੇ ਸੀ, ਅੱਜ ਸਿੰਘੂ ਬਾਰਡਰ ਤੇ ਉਹਨਾਂ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ। ਮੱਖਣ ਖਾਨ ਕੋਲ ਜ਼ਮੀਨ ਨਹੀਂ ਸੀ ਪਰ ਜ਼ਮੀਰ ਸੀ। ਕੋਈ ਜ਼ਮੀਨ ਨਹੀਂ ਸੀ ਤਾਂ ਵੀ ਇਸ ਸੰਘਰਸ਼ ਦਾ ਉਹ ਹਿੱਸਾ ਬਣੇ ਸੀ। ਇਸ ਦੇ ਬਾਵਜੂਦ ਵੀ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਸੀ। ਸੋਮਵਾਰ ਵਾਲੇ ਦਿਨ ਕਿਸਾਨਾਂ ਦੀ ਹੜਤਾਲ ਦੇ ਵਿੱਚ ਹਿੱਸਾ ਲੈਣ ਸਮੇਂ ਜਦੋਂ ਇੱਕ ਬੁਲਾਰਾ ਸਟੇਜ ਤੇ ਬੋਲ ਰਿਹਾ ਸੀ ਤਾਂ ਸਟੇਜ ਦੇ ਇੱਕ ਪਾਸੇ ਖੜ ਕੇ ਮੱਖਣ ਉਹਨਾਂ ਨੂੰ ਸੁਣ ਰਿਹਾ ਸੀ ਤੇ ਖੜਿਆਂ ਨੂੰ ਦਿਲ ਦਾ ਦੌਰਾ ਪਿਆ, ਉਹਨਾਂ ਦੀ ਮੌਤ ਹੋ ਗਈ। ਮੱਖਣ ਖਾਨ ਦੀ ਮ੍ਰਿਤਕ ਦੇਹ ਨੂੰ ਬਾਅਦ ਦੇ ਵਿੱਚ ਸੋਨੀਪਲ ਤੇ ਇੱਕ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਕਾਫੀ ਗਰੀਬ ਪਰਿਵਾਰ ਨਾਲ ਸੰਬੰਧ ਸੀ। ਮੱਖਣ ਖਾਨ ਪਸ਼ੂਆਂ ਦਾ ਕਾਰੋਬਾਰ ਕਰਦਾ ਸੀ। ਪਿੰਡ ਭਿੰਡਰ ਕਲਾਂ ਦੇ ਸਰਪੰਚ ਜਗਸੀਰ ਸਿੰਘ ਨੇ ਦੱਸਿਆ ਕਿ ਮੱਖਣ ਖਾਨ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਦੇ ਨਾਲ ਤੁਰਿਆ ਹੋਇਆ ਸੀ, ਜੁੜਿਆ ਹੋਇਆ ਸੀ। ਉਹ ਕੁਝ ਦਿਨ ਘਰ ਵਿੱਚ ਰਹਿਣ ਤੋਂ ਬਾਅਦ 2 ਦਿਨ ਪਹਿਲਾਂ ਫਿਰ ਸਿੰਘੂ ਬਾਰਡਰ ਤੇ ਧਰਨੇ ਵਿੱਚ ਸ਼ਾਮਲ ਹੋਇਆ ਸੀ, ਜਿਸ ਦੀ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਦਾ ਪਰਿਵਾਰ ਅੰਤਾਂ ਦਾ ਗਰੀਬ ਹੈ, ਇਸ ਲਈ ਸਰਕਾਰ ਨੂੰ ਪਰਿਵਾਰ ਨੂੰ ਵਿੱਤੀ ਸਹਾਇਤਾ ਕਰਨੀ ਚਾਹੀਦੀ ਹੈ। ਪਰਿਵਾਰ ਤੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ। ਤੁਸੀਂ ਦੇਖੋ ਕਿ ਹੁਣ ਤੱਕ ਇਸ ਸੰਘਰਸ਼ ਨੇ 30 ਜਾਨਾਂ ਲੈ ਲਈਆਂ, 26 ਪੰਜਾਬ ਦੀਆਂ 4 ਹਰਿਆਣੇ ਦੇ ਦੀਆਂ। ਤੇ ਇਸੇ ਕਰਕੇ ਕਿਸਾਨ ਆਗੂ ਨੇ ਅੱਜ ਮੀਟਿੰਗ ਕਰਕੇ ਆਖਿਆ ਕਿ ਪਿੰਡ-ਪਿੰਡ ਬਲਾਕ ਪੱਧਰ ਤੇ 20 ਦਸੰਬਰ ਵਾਲੇ ਦਿਨ ਇਹਨਾਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। ਅਗਲੀ ਖਬਰ, ਕਿਸਾਨਾਂ ਅਤੇ ਸਰਕਾਰ ਦੇ ਵਿਚਾਲੇ ਕੋਈ ਸਮਝੌਤਾ ਨਹੀਂ ਹੋ ਰਿਹਾ। ਭਾਰਤ ਦੇ ਸਾਬਕਾ ਵਿੱਤ ਮੰਤਰੀ ਨੇ ਪੀ ਚਿਦੰਬਰਮ, ਕਾਂਗਰਸ ਦੇ ਵੱਡੇ ਲੀਡਰ ਨੇ, ਕੱਦਵਾਰ ਨੇਤਾ ਨੇ, ਉਹਨਾਂ ਨੇ ਮਿੰਟੋ ਮਿੰਟੀ ਹੱਲ ਕੱਢ ਕੇ ਰੱਖ ਦਿੱਤਾ। ਉਹ ਕਹਿੰਦੇ ਆਸਾਨ ਹੈ ਬਹੁਤ,
ਕਹਿੰਦੇ ਜਿਹੜੇ ਖੇਤੀਬਾੜੀ ਨੇ ਕਾਨੂੰਨ ਬਣਾਏ ਨੇ, ਜਿਸ ਨੂੰ ਲੈ ਕੇ ਕਿਸਾਨ ਲਗਾਤਾਰ ਅੰਦੋਲਨ ਤੇਜ਼ ਕਰੀ ਜਾ ਰਹੇ ਹੈ ਤੇ ਲਗਾਤਾਰ ਦਿਨ ਬੀਤਦੇ ਜਾ ਰਹੇ ਹੈ, ਪਰ ਕੇਂਦਰ ਹਾਲੇ ਤੱਕ ਵੀ ਕੁਝ ਨਹੀਂ ਕਰ ਰਹੀ। ਕਿੰਨੀਆਂ ਕਹਿੰਦੇ ਕਿਸਾਨ ਆਗੂਆਂ ਦੇ ਨਾਲ ਮੀਟਿੰਗਾਂ ਕਰ ਚੁੱਕੇ ਨੇ, ਕਿਸਾਨ ਆਗੂ ਇੱਕ ਨਹੀਂ ਅਨੇਕਾਂ ਮੌਕਿਆਂ ਤੇ ਆਖ ਚੁੱਕੇ ਆ, ਪਰ ਨਤੀਜਾ ਕੁਝ ਨਹੀਂ ਨਿਕਲ ਰਿਹਾ। ਉੱਥੇ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਤੇ ਕਾਂਗਰਸ ਵੀ ਮੋਦੀ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡ ਰਹੀ ਤੇ ਕਿਸਾਨ ਵੀ ਨਹੀਂ ਛੱਡ ਰਹੇ। ਇਸੇ ਦੌਰਾਨ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲਾ ਹੈ ਕਿ ਦਿੱਲੀ 'ਚ ਕੜਾਕੇ ਦੀ ਠੰਡ 'ਚ ਕਿਸਾਨ 3 ਹਫ਼ਤਿਆਂ ਤੋਂ ਵਿਰੋਧ ਕਰ ਰਹੇ ਨੇ, ਸਰਕਾਰ ਹਾਲੇ ਕੁਝ ਵੀ ਰੱਦ ਨਹੀਂ ਕਰ ਰਹੀ ਤੇ ਆਪਣੇ ਰੁੱਖ ਤੇ ਕਾਇਮ ਖੜੀ ਹੈ। ਉਹਨਾਂ ਨੇ ਟਵੀਟ ਕੀਤਾ ਤੇ ਕਿਹਾ ਕਿ ਕਿਸਾਨਾਂ ਤੇ ਸਰਕਾਰ ਵਿਚਾਲੇ ਕਿਸੇ ਵੀ ਸਮਝੌਤੇ ਲਈ ਸੰਸਦ ਦੇ ਵਿੱਚ ਇੱਕ ਨਵੇਂ ਬਿੱਲ ਨੂੰ ਪਾਸ ਕਰਨ ਦੀ ਜ਼ਰੂਰਤ ਹੈ। ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਮੌਜੂਦਾ ਕਾਨੂੰਨਾਂ ਨੂੰ ਮੁਅੱਤਲ ਕਰ ਦਿੱਤਾ ਜਾਵੇ ਅਤੇ ਸਮਝੌਤੇ ਦੇ ਆਧਾਰ ਤੇ ਨਵਾਂ ਕਾਨੂੰਨ ਫਿਰ ਤੋਂ ਬਣਾ ਲਿਆ ਜਾਵੇ। ਸਰਕਾਰ ਨੂੰ ਅਸਮਾਨ ਤੋਂ ਕਹਿੰਦੇ ਹੇਠਾਂ ਉਤਰ ਕੇ ਜ਼ਮੀਨ ਤੇ ਆ ਕੇ ਕਿਸਾਨ ਬਣ ਕੇ ਸੋਚਣ ਦੀ ਜ਼ਰੂਰਤ ਹੈ। ਕਿਸਾਨਾਂ ਦੇ ਨਾਲ ਜਲਦੀ ਸਮਝੌਤਾ ਕਰਨ ਦੀ ਜ਼ਰੂਰਤ ਹੈ। ਉਹਨਾਂ ਨੂੰ ਇੱਕ ਕਿਸਾਨ ਦੀਆਂ ਐਨਕਾਂ ਲਾ ਕੇ ਉਹਦੇ ਵਿੱਚ ਦੀ ਦੇਖਣ ਦੀ ਜ਼ਰੂਰਤ ਹੈ। ਉਹ ਕਹਿੰਦੇ ਇੱਕ ਵਪਾਰੀ ਬਣ ਕੇ ਨਾ ਸੋਚੋ, ਵਪਾਰੀਆਂ ਦੇ ਵਿਚੋਲੇ ਬਣ ਕੇ ਨਾ ਸੋਚੋ, ਇੱਕ ਅੰਨਦਾਤਾ ਦੇ ਪੱਖੋਂ ਸੋਚ ਕੇ ਦੇਖੋ। ਜੇਕਰ ਉਹ ਚਾਹੁੰਦਾ ਹੈ, ਜੇਕਰ ਸਮੁੱਚੀਆਂ ਧਿਰਾਂ ਚਾਹੁੰਦੀਆਂ ਨੇ ਕਿ ਸਾਨੂੰ ਕਾਨੂੰਨ ਨਹੀਂ ਚਾਹੀਦੇ, ਉਹ ਕਹਿੰਦੇ ਸਰਕਾਰ ਲੋਕਾਂ ਵਾਸਤੇ ਹੁੰਦੀ ਹੈ ਤੇ ਲੋਕਾਂ ਦੀ ਚੁਣੀ ਹੁੰਦੀ ਹੈ। ਜਦ ਲੋਕਾਂ ਵਾਸਤੇ ਤੁਸੀਂ ਕੰਮ ਨਹੀਂ ਕਰ ਰਹੇ, ਫਿਰ ਕਹਿੰਦੇ ਕੁਝ 5-7 ਬੰਦਿਆਂ ਵਾਸਤੇ ਕੰਮ ਕਰ ਰਹੇ ਹੋ। 5-7 ਬੰਦਿਆਂ ਤੋਂ ਵੋਟਾਂ ਲੈ ਕੇ ਜਿੱਤ ਜਾਂਦੇ ਹੋ, ਕਹਿੰਦੇ ਉਹਨਾਂ ਦੇ ਬੋਝੇ ਭਾਰੀ ਹੋ ਸਕਦੇ ਆ। ਪੈਸਾ ਧੇਲਾ ਤੁਹਾਨੂੰ ਦਿੱਤਾ ਜਾ ਸਕਦਾ ਹੈ, ਪਰ ਵੋਟਾਂ ਨਹੀਂ ਦੇ ਸਕਦੇ। ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਉਹ ਆਪਣੇ ਵਾਸਤੇ ਕਾਨੂੰਨਾਂ ਦੀ ਮੰਗ ਕਰ ਰਹੇ ਨੇ। ਕਹਿੰਦੇ ਬਹੁਤ ਆਸਾਨ ਜਿਹਾ ਤਰੀਕਾ ਹੈ, ਪੁਰਾਣਾ ਕਾਨੂੰਨ ਮੁਅੱਤਲ ਕਰ ਦਿਓ, ਨਵਾਂ ਇੱਕ ਸਮਝੌਤੇ ਦੇ ਤਹਿਤ ਬਣਾ ਦਿਓ। ਕਿਸਾਨ ਆਪਣੇ ਘਰਾਂ ਨੂੰ ਜਾਣਗੇ, ਆਪਣੇ ਪਰਿਵਾਰ ਨੂੰ ਜਾਣਗੇ। 3500 ਕਰੋੜ ਦਾ ਰੋਜ਼ਾਨਾ ਨੁਕਸਾਨ ਹੋ ਰਿਹਾ ਹੈ, ਐਸਓਚੈਮ ਨੇ ਦੱਸਿਆ। ਉਹ ਕਹਿੰਦੇ ਕੀ ਗੱਲ ਸਰਕਾਰ ਨੂੰ ਸਮਝ ਨਹੀਂ ਆਉਂਦੀ? ਕਦੋਂ ਸਮਝ ਆਏਗੀ? ਜਦੋਂ ਠੀਕਰਾ ਮੁੱਦਾ ਵੱਜ ਜਾਏਗਾ। ਹੁਣ ਇੱਕ ਸਾਬਕਾ ਵਿੱਤ ਮੰਤਰੀ ਦੀਆਂ ਇਹ ਟਿੱਪਣੀਆਂ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਅਰਥ ਰੱਖਦੀਆਂ ਨੇ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਕੋਸ਼ਿਸ਼ ਕਰਿਓ ਕਿ ਪ੍ਰੋਗਰਾਮ ਸ਼ੇਅਰ ਵੀ ਕਰ ਦਿਓ ਤੇ ਲਾਈਕ ਵੀ ਕਰ ਦਿਓ। ਤੇ ਹੁਣ ਸਮਾਂ ਸਮਾਪਤੀ ਦਾ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ ਤੇ ਰੱਬ ਰਾਖਾ।